ਸਵਾਗਤ ਕਰਦੇ ਹਾਂ ਤੁਹਾਡਾ ਸਾਡੇ YouTube ਚੈਨਲ ਲੈਂਡ ਆਫ ਡ੍ਰੀਮਸ ਦੇ ਉੱਪਰ। ਤਾਂ ਦੋਸਤੋ ਅੱਜ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਜੀ MCQ ਜਿਹੜੇ ਕਿ ਰਿਲੇਟਡ ਹੈਗੇ ਨੇ ਡਾਈਜੈਸਟਿਵ ਸਿਸਟਮ ਅਤੇ ਐਕਸਕ੍ਰੀਟਰੀ ਸਿਸਟਮ। ਤਾਂ ਆਓ ਸ਼ੁਰੂ ਕਰਦੇ ਹਾਂ ਸਾਡੀ ਅੱਜ ਦੀ ਵੀਡੀਓ। ਸਾਡਾ ਫਸਟ ਕੁਐਸਚਨ ਹੈਗਾ ਜੀ, ਵਾਟ ਇਜ਼ ਦਾ ਪ੍ਰਾਇਮਰੀ ਫੰਕਸ਼ਨ ਆਫ ਦਾ ਡਾਈਜੈਸਟਿਵ ਸਿਸਟਮ, ਕਿ ਜਿਹੜਾ ਸਾਡੀ ਪਾਚਨ ਪ੍ਰਣਾਲੀ ਹੈ ਉਹਦਾ ਪ੍ਰਾਇਮਰੀ ਫੰਕਸ਼ਨ ਕੀ ਹੈ। ਆਪਸ਼ਨ ਏ ਹੈਗੀ ਹੈ ਟੂ ਪੰਪ ਬਲੱਡ, ਆਪਸ਼ਨ ਬੀ ਹੈਗੀ ਹੈ ਜੀ ਟੂ ਬ੍ਰੇਕ ਡਾਊਨ ਫੂਡ ਇਨਟੂ ਨਿਊਟ੍ਰੀਐਂਟਸ ਐਂਡ ਐਬਜ਼ੌਰਬ them ਇਨਟੂ ਦਾ ਬਲੱਡ ਸਟ੍ਰੀਮ, ਆਪਸ਼ਨ ਸੀ ਹੈਗੇ ਜੀ ਟੂ ਪ੍ਰੋਡਿਊਸ ਹਾਰਮੋਨਸ ਐਂਡ ਆਪਸ਼ਨ ਡੀ ਹੈਗਾ ਟੂ ਰੈਗੂਲੇਟ ਬੋਡੀ ਟੈਂਪਰੇਚਰ। ਤੇ ਦਾ ਰਾਈਟ ਆਨਸਰ ਆਏਗਾ ਜੀ ਆਪਸ਼ਨ ਬੀ ਟੂ ਬ੍ਰੇਕ ਡਾਊਨ ਫੂਡ ਇਨਟੂ ਨਿਊਟ੍ਰੀਐਂਟਸ ਐਂਡ ਐਬਜ਼ੌਰਬ them ਇਨਟੂ ਦਾ ਬਲੱਡ ਸਟ੍ਰੀਮ। ਨੈਕਸਟ ਕੁਐਸਚਨ ਹੈਗਾ ਜੀ, ਵਿਚ ਆਰਗਨ ਪ੍ਰੋਡਿਊਸਿਸ ਬਾਈਲ, ਹੇਠ ਲਿਖਿਆ ਜੋ ਕਿਹੜਾ ਆਰਗਨ ਹੈ ਜਿਹੜਾ ਬਾਈਲ ਪ੍ਰੋਡਿਊਸ ਕਰਦਾ ਹੈ। ਆਪਸ਼ਨ ਏ ਲੀਵਰ, ਆਪਸ਼ਨ ਬੀ ਪੈਨਕ੍ਰੀਆਜ, ਆਪਸ਼ਨ ਸੀ ਗਾਲ ਬਲੈਡਰ, ਆਪਸ਼ਨ ਡੀ ਸਟਮਕ। ਤੇ ਇਹਦਾ ਰਾਈਟ ਆਨਸਰ ਹੈਗਾ ਜੀ ਆਪਸ਼ਨ ਏ, ਲੀਵਰ ਬਾਈਲ ਨੂੰ ਪ੍ਰੋਡਿਊਸ ਕਰਨ ਦਾ ਕੰਮ ਕਰਦਾ ਹੈ ਤੇ ਗਾਲ ਬਲੈਡਰ ਹੈ ਜਿਹੜਾ ਉਹ ਸਟੋਰ ਕਰਨ ਦਾ ਕੰਮ ਕਰਦਾ ਹੈ ਜੀ ਬਾਈਲ ਨੂੰ। ਜਿਹੜੀ ਪੈਨਕ੍ਰੀਆਜ ਇਹ ਜਿਹੜੇ ਨੇ ਇਹਨਾਂ ਦੇ ਅਲਫਾ ਤੇ ਬੀਟਾ ਸੈੱਲ ਨੇ ਜਿਹੜੇ ਉਹ ਗਲੂਕਾਗੋਨ ਤੇ ਇਨਸੂਲਿਨ ਹਾਰਮੋਨ ਹੈ ਜਿਹੜਾ ਉਹ ਪ੍ਰੋਡਿਊਸ ਕਰਦੇ ਨੇ। ਸਟਮਕ ਦੇ ਵਿੱਚ ਜਿਹੜੇ ਹਾਈਡਰੋਕਲੋਰਿਕ ਐਸਿਡ ਨੇ ਸਾਡੇ ਉਹ ਪ੍ਰੋਡਿਊਸ ਹੁੰਦੇ ਨੇ। ਨੈਕਸਟ ਕੁਐਸਚਨ ਹੈ, ਵਟ ਇਜ਼ ਦਾ ਫੰਕਸ਼ਨ ਆਫ ਦਾ ਐਸੋਫੈਗਸ, ਐਸੋਫੈਗਸ ਹੈ ਜਿਹੜਾ ਇਹਦਾ ਮੇਨ ਫੰਕਸ਼ਨ ਕੀ ਹੈ ਜੀ। ਐਸੋਫੈਗਸ ਜਿਹਨੂੰ ਅਸੀਂ ਫੂਡ ਪਾਈਪ ਵੀ ਕਹਿ ਦਿੰਦੇ ਹਾਂ, ਸਾਡੇ ਡਾਈਜੈਸਟਿਵ ਸਿਸਟਮ ਦੇ ਨਾਲ ਰਿਲੇਟਡ ਇੱਕ ਆਰਗਨ ਹੈਗਾ। ਆਪਸ਼ਨ ਏ ਦਾ ਹੈਗਾ ਟੂ ਪ੍ਰੋਡਿਊਸ ਐਂਜ਼ਾਈਮ ਟੂ ਬ੍ਰੇਕ ਡਾਊਨ ਫੂਡ, ਆਪਸ਼ਨ ਬੀ ਹੈਗਾ ਜੀ ਟੂ ਸਟੋਰ ਫੂਡ ਟੈਂਪਰੇਰੀਲੀ, ਆਪਸ਼ਨ ਸੀ ਹੈਗਾ ਜੀ ਟੂ ਟਰਾਂਸਪੋਰਟ ਫੂਡ ਫਰੋਮ ਦਾ ਮਾਊਥ ਟੂ ਦਾ ਸਟਮਕ, ਆਪਸ਼ਨ ਡੀ ਹੈਗਾ ਟੂ ਐਬਜ਼ੌਰਬ ਨਿਊਟ੍ਰੀਐਂਟਸ ਫਰੋਮ ਫੂਡ। ਤਾਂ ਇਹਦਾ ਰਾਈਟ ਆਨਸਰ ਆਊਗਾ ਜੀ ਐਸੋਫੈਗਸ ਹੈ ਜਿਹੜਾ ਇਹਦਾ ਰਾਈਟ ਆਨਸਰ ਆਏਗਾ ਕਿ ਇਹਦਾ ਮੇਨ ਕੰਮ ਕੀ ਹੈਗਾ ਸਾਡੀ ਬੋਡੀ 'ਚ ਖਾਣੇ ਨੂੰ ਟਰਾਂਸਫਰ ਕਰਨਾ ਜੀ, ਮੂੰਹ ਤੋਂ ਲੈ ਕੇ ਸਟਮਕ ਤੱਕ ਲੈ ਕੇ ਜਾਣ ਦੇ ਵਿੱਚ ਹੈਲਪ ਕਰਦੀ ਹੈ। ਤਾਂ ਫੈਰਿਕਸ ਤੋਂ ਅੱਗੇ ਸਾਡੀ ਫੂਡ ਪਾਈਪ ਸ਼ੁਰੂ ਹੋ ਜਾਂਦੀ ਹੈ ਜਿਹਦਾ ਸਾਇੰਟੀਫਿਕ ਨੇਮ ਐਸੋਫੈਗਸ ਹੈ ਤੇ ਇਹ ਖਾਣੇ ਨੂੰ ਕਿਹਦੇ ਤੱਕ ਪਹੁੰਚਾਉਂਦੀ ਹੈ, ਸਟਮਕ ਤੱਕ ਪਹੁੰਚਾਉਂਦੀ ਹੈ। ਨੈਕਸਟ ਕੁਐਸਚਨ ਹੈਗਾ ਜੀ, ਵਟ ਇਜ਼ ਪੈਰੀਐਸਟੈਲਿਸ, ਪੈਰੀਐਸਟੈਲਿਸ ਕੀ ਹੁੰਦਾ ਹੈ ਜੀ। ਆਪਸ਼ਨ ਏ ਹੈਗੀ ਹੈ ਦਾ ਪ੍ਰੋਸੈਸ ਆਫ ਬ੍ਰੇਕਿੰਗ ਡਾਊਨ ਫੂਡ ਇਨਟੂ ਸਮਾਲਰ ਪਾਰਟੀਕਲਸ, ਕਿ ਭੋਜਨ ਦੇ ਵੱਡੇ ਟੁਕੜਿਆਂ ਨੂੰ ਛੋਟਿਆਂ ਦੇ ਵਿੱਚ ਡਿਵਾਈਡ ਕਰਨਾ। ਦਾ ਮੂਵਮੈਂਟ ਆਫ ਫੂਡ ਥਰੂ ਦਾ ਡਾਈਜੈਸਟਿਵ ਸਿਸਟਮ ਵਾਇਆ ਮਸਲ ਕੰਟਰੈਕਸ਼ਨਸ, ਕਿ ਜਿਹੜਾ ਖਾਣਾ ਹੈ ਉਹਨੂੰ ਡਾਈਜੈਸਟਿਵ ਸਿਸਟਮ ਦੇ ਵਿੱਚ ਮੂਵ ਕਰਨਾ ਮਸਲ ਕੰਸਟਰੈਕਸ਼ਨ ਦੇ ਜ਼ਰੀਏ। ਆਪਸ਼ਨ ਸੀ ਹੈਗੀ ਦਾ ਪ੍ਰੋਸੈਸ ਆਫ ਐਬਜ਼ੌਰਬਿੰਗ ਨਿਊਟ੍ਰੀਐਂਟਸ ਫਰੋਮ ਫੂਡ, ਤਾਂ ਜਿਹੜੇ ਫੂਡ ਨੇ ਉਹਨਾਂ ਦੇ ਵਿੱਚੋਂ ਨਿਊਟ੍ਰੀਐਂਟਸ ਨੂੰ ਐਬਜ਼ੌਰਬ ਕਰਨ ਦੀ ਪ੍ਰੋਸੈਸ ਹੈਗੀ। ਔਰ ਆਪਸ਼ਨ ਡੀ ਹੈਗਾ ਜੀ ਦਾ ਰਿਲੀਜ਼ ਆਫ ਐਂਜ਼ਾਈਮਸ ਟੂ ਬ੍ਰੇਕ ਡਾਊਨ ਫੂਡ। ਤਾਂ ਪੈਰੀਐਸਟੈਲਿਸ ਬੇਸਿਕਲੀ ਮੂਵਮੈਂਟਸ ਹੁੰਦੇ ਨੇ ਸਾਡੀ ਡਾਈਜੈਸਟਿਵ ਸਿਸਟਮ ਦੀਆਂ, ਇਹ ਮੂਵਮੈਂਟਸ ਦੇ ਥਰੂ ਜਿਹੜਾ ਖਾਣਾ ਸਾਡਾ ਉਹ ਅੱਗੇ ਅੱਗੇ ਚੱਲਦਾ ਰਹਿੰਦਾ, ਤਾਂ ਇਹਨਾਂ ਨੂੰ ਪੈਰੀਓਸਟੈਲਿਕ ਮੂਵਮੈਂਟਸ ਨੇ ਜਿਹੜੀਆਂ ਉਹ ਵੀ ਕਹਿ ਦਿੱਤਾ ਜਾਂਦਾ। ਇਹਦਾ ਰਾਈਟ ਆਨਸਰ ਹੈਗਾ ਜੀ ਆਪਸ਼ਨ ਬੀ। ਨੈਕਸਟ ਕੁਐਸਚਨ ਸਾਡਾ ਹੈਗਾ ਜੀ, ਵਟ ਇਜ਼ ਦਾ ਫੰਕਸ਼ਨ ਆਫ ਦਾ ਸਟਮਕ, ਸਟਮਕ ਦਾ ਫੰਕਸ਼ਨ ਹੈ ਜਿਹੜਾ ਉਹ ਕੀ ਹੈ ਜੀ। ਟੂ ਐਬਜ਼ੌਰਬ ਨਿਊਟ੍ਰੀਐਂਟਸ ਫਰੋਮ ਫੂਡ, ਟੂ ਸਟੋਰ ਫੂਡ ਟੈਂਪਰੇਰੀਲੀ, ਟੂ ਬ੍ਰੇਕ ਡਾਊਨ ਫੂਡ ਇਨਟੂ ਅ ਲਿਕੁਇਡ ਮਿਕਸਚਰ ਕਾਲਡ ਚਾਈਮ, ਔਰ ਆਪਸ਼ਨ ਡੀ ਟੂ ਪ੍ਰੋਡਿਊਸ ਬਾਈਲ। ਤਾਂ ਸਾਡੀ ਸਟਮਕ ਦਾ ਜਿਹੜਾ ਮੇਨ ਕੰਮ ਹੈਗਾ ਜੀ ਉਹ ਹੈਗਾ ਜਿਹੜਾ ਖਾਣੇ ਨੂੰ ਅਧਪਚਿਆ ਕਰਨਾ, ਅਧਪਚੇ ਖਾਣੇ ਨੂੰ ਅਸੀਂ ਬੋਲਦੇ ਹਾਂ ਚਾਈਮ। ਤਾਂ ਇਹਦਾ ਰਾਈਟ ਆਨਸਰ ਆਊਗਾ ਜੀ ਆਪਸ਼ਨ ਸੀ। ਨੈਕਸਟ ਕੁਐਸਚਨ ਦੇਖ ਲਈਏ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਪਾਰਟ ਆਫ ਦਾ ਸਮਾਲ ਇੰਟੈਸਟਾਈਨ, ਸਮਾਲ ਇੰਟੈਸਟਾਈਨ ਦਾ ਹੇਠ ਲਿਖਣ ਜੋ ਪਾਰਟ ਕਿਹੜਾ ਨਹੀਂ ਹੈਗਾ ਜੀ। ਡਿਊਡੀਨਮ, ਜੈਜੂਨਮ, ਇਲੀਅਮ ਔਰ ਕੋਲਨ। ਤਾਂ ਡਿਊਡੀਨਮ, ਜੈਜੂਨਮ ਤੇ ਇਲੀਅਮ ਇਹ ਤਿੰਨੋਂ ਪਾਰਟ ਹੈਗੇ ਨੇ ਸਮਾਲ ਇੰਟੈਸਟਾਈਨ ਦੇ ਜੀ। ਕੋਲਨ ਜਿਹੜਾ ਪਾਰਟ ਹੈਗਾ ਸਾਡਾ ਇਹ ਲਾਰਜ ਇੰਟੈਸਟਾਈਨ ਦਾ, ਤੇ ਇਹਦਾ ਰਾਈਟ ਆਨਸਰ ਆਊਗਾ ਆਪਸ਼ਨ ਡੀ। ਨੈਕਸਟ ਕੁਐਸਚਨ ਦੇਖ ਲਈਏ ਜੀ, ਵਟ ਇਜ਼ ਦਾ ਫੰਕਸ਼ਨ ਆਫ ਦਾ ਸਮਾਲ ਇੰਟੈਸਟਾਈਨ, ਸਮਾਲ ਇੰਟੈਸਟਾਈਨ ਦਾ ਫੰਕਸ਼ਨ ਕੀ ਹੈ। ਟੂ ਐਬਜ਼ੌਰਬ ਨਿਊਟ੍ਰੀਐਂਟ ਫਰੋਮ ਫੂਡ, ਟੂ ਸਟੋਰ ਫੂਡ ਟੈਂਪਰੇਰੀਲੀ, ਟੂ ਪ੍ਰੋਡਿਊਸ ਐਂਜ਼ਾਈਮ ਟੂ ਬ੍ਰੇਕ ਡਾਊਨ ਫੂਡ ਐਂਡ ਟੂ ਟਰਾਂਸਪੋਰਟ ਫੂਡ ਫਰੋਮ ਮਾਊਥ ਟੂ ਦਾ ਸਟਮਕ। ਤਾਂ ਇਹਦਾ ਰਾਈਟ ਆਨਸਰ ਆਊਗਾ ਜਿਹੜੀ ਸਮੋਲ ਇੰਟੈਸਟਾਈਨ ਹੈ ਇਹ ਕੰਮ ਕਰਦੀ ਹੈ ਐਬਜ਼ੌਰਬ ਕਰਨ ਦਾ। ਤਾਂ ਜਿਹੜਾ ਖਾਣਾ ਹੁੰਦਾ ਖਾਣੇ ਦੇ ਵਿੱਚੋਂ ਜਿਹੜੇ ਨਿਊਟ੍ਰੀਐਂਟਸ ਕੱਢੇ ਨੇ ਇਹਨੂੰ ਬੋਲਿਆ ਜਾਂਦਾ ਐਬਜ਼ੌਰਸ਼ਨ, ਐਬਜ਼ੌਰਸ਼ਨ ਬੋਲਿਆ ਜਾਂਦਾ ਇਸ ਪ੍ਰੋਸੈਸ ਨੂੰ, ਜਦੋਂ ਖਾਣੇ ਦੇ ਵਿੱਚੋਂ ਜਿਹੜੇ ਨਿਊਟ੍ਰੀਐਂਟਸ ਨੇ ਜਿਹੜੇ ਪੋਸ਼ਕ ਤੱਤ ਨੇ ਉਹ ਕੱਢੇ ਜਾਂਦੇ ਨੇ ਤੇ ਇਹਨਾਂ ਨੂੰ ਜਦੋਂ ਸਾਡੇ ਖੂਨ ਦੇ ਵਿੱਚ ਮਿਲਾਇਆ ਜਾਂਦਾ ਉਸ ਪ੍ਰੋਸੈਸ ਨੂੰ ਬੋਲਿਆ ਜਾਂਦਾ ਜੀ ਐਸੀਮੀਲੇਸ਼ਨ। ਜਦੋਂ ਜਿਹੜੇ ਨਿਊਟ੍ਰੀਐਂਟਸ ਨੇ ਵੱਖ ਕੱਢ ਲਏ ਜਾਂਦੇ ਨੇ ਤਾਂ ਉਹਨਾਂ ਨੂੰ ਸਾਡੇ ਸਰੀਰ ਦੇ ਵੱਖੋ ਵੱਖਰੇ ਭਾਗਾਂ ਤੱਕ ਭੇਜਿਆ ਜਾਂਦਾ ਜਿਹਨੂੰ ਅਸੀਂ ਬੋਲਦੇ ਹਾਂ ਐਸੀਮੀਲੇਸ਼ਨ। ਤਾਂ ਸਮਾਲ ਇੰਟੈਸਟਾਈਨ ਦਾ ਕੰਮ ਕੀ ਹੈ, ਨਿਊਟ੍ਰੀਐਂਟਸ ਨੂੰ ਐਬਜ਼ੌਰਬ ਕਰਨਾ। ਨੈਕਸਟ ਕੁਐਸਚਨ ਜੀ, ਲਾਰਜ ਇੰਟੈਸਟਾਈਨ ਦਾ ਕੰਮ ਕੀ ਹੈ। ਟੂ ਐਬਜ਼ੌਰਬ ਵਾਟਰ ਫਰੋਮ ਅਨਡਾਈਜੈਸਟਿਡ ਫੂਡ, ਅਨਡਾਈਜੈਸਟਿਡ ਫੂਡ 'ਚੋਂ ਪਾਣੀ ਕੱਢਣਾ, ਬਾਈਲ ਪ੍ਰੋਡਿਊਸ ਕਰਨਾ, ਔਰ ਜਿਹੜੇ ਸਾਡਾ ਭੋਜਨ ਹੈ ਉਹਨੂੰ ਬ੍ਰੇਕ ਡਾਊਨ ਕਰਕੇ ਲਿਕੁਇਡ ਫਾਰਮ ਦੇ ਵਿੱਚ ਚੇਂਜ ਕਰਨਾ ਤੇ ਜਾਂ ਫਿਰ ਨਿਊਟ੍ਰੀਐਂਟਸ ਨੂੰ ਐਬਜ਼ੌਰਬ ਕਰਨਾ। ਤੇ ਇਹਦਾ ਰਾਈਟ ਆਨਸਰ ਆਊਗਾ ਜੀ ਆਪਸ਼ਨ ਏ। ਤਾਂ ਜਿਹੜਾ ਸਾਡਾ ਅਨਡਾਈਜੈਸਟਿਡ ਫੂਡ ਹੁੰਦਾ ਸਮੋਲ ਇੰਟੈਸਟਾਈਨ ਤੋਂ ਬਾਅਦ ਜਦੋਂ ਲਾਰਜ ਇੰਟੈਸਟਾਈਨ 'ਚ ਜਾਂਦਾ ਤਾਂ ਜਿੰਨੀ ਉਹਦੇ ਵਿੱਚ ਪਾਣੀ ਦੀ ਮਾਤਰਾ ਸਾਡੇ ਸਰੀਰ ਨੂੰ ਲੋੜ ਹੁੰਦੀ ਹੈ ਉਸ ਹਿਸਾਬ ਨਾਲ ਪਾਣੀ ਆ ਜਿਹੜਾ ਇਸ ਦੇ ਵਿੱਚੋਂ ਐਬਜ਼ੌਰਬ ਕਰ ਲਿਆ ਜਾਂਦਾ, ਕੱਢ ਲਿਆ ਜਾਂਦਾ।
ਅਗਲਾ ਕੁਐਸਚਨ ਦੇਖ ਲਈਏ ਜੀ, ਵੇਅਰ ਡਜ਼ ਮੋਸਟ ਆਫ ਦ ਐਬਜ਼ੋਰਸ਼ਨ ਆਫ ਨਿਊਟ੍ਰੀਐਂਟਸ ਓਕਰ ਇਨ ਦਾ ਡਾਈਜੈਸਟਿਵ ਸਿਸਟਮ। ਤਾਂ ਜਿਹੜਾ ਖਾਣੇ ਚੋਂ ਪੋਸ਼ਕ ਤੱਤ ਕੱਢਣ ਦੀ ਕਿਰਿਆ ਉਹ ਕਿਹੜੇ ਭਾਗ ਦੇ ਵਿੱਚ ਹੁੰਦੀ ਹੈ ਜੀ, ਤਾਂ ਇਹ ਹੁੰਦੀ ਹੈ ਸਾਡੀ ਸਮੋਲ ਇੰਟੈਸਟਾਈਨ ਦੇ ਵਿੱਚ। ਅਗਲਾ ਕੁਐਸਚਨ ਦੇਖ ਲਈਏ ਜੀ, ਸਾਡੀ ਪੈਨਕ੍ਰੀਆਸ ਦਾ ਮੇਨ ਕੰਮ ਕੀ ਹੈਗਾ ਜੀ ਡਾਈਜੈਸਟਿਵ ਸਿਸਟਮ ਦੇ ਵਿੱਚ, ਬਾਇਲ ਨੂੰ ਪ੍ਰੋਡਿਊਸ ਕਰਨਾ, ਨਿਊਟ੍ਰੀਐਂਟ ਨੂੰ ਸਟੋਰ ਕਰਨਾ, ਬਲੱਡ ਸ਼ੂਗਰ ਨੂੰ ਰੈਗੂਲੇਟ ਕਰਨਾ, ਤੇ ਜਾਂ ਫਿਰ ਡਾਈਜੈਸਟਿਵ ਐਂਜ਼ਾਈਮ ਨੇ ਜਿਹੜੇ ਉਹਨਾਂ ਨੂੰ ਪ੍ਰੋਡਿਊਸ ਕਰਨਾ। ਤੇ ਇਹਦਾ ਰਾਈਟ ਆਨਸਰ ਹੈਗਾ ਜੀ ਆਪਸ਼ਨ ਸੀ। ਇਹ ਜਿਹੜੀ ਪੈਨਕ੍ਰੀਆ ਜਾਂ ਸਾਡੀ ਇਹ ਗਲੂਕਾਗੋਨ ਅਤੇ ਇਨਸੂਲਿਨ ਆ ਜਿਹੜਾ ਉਹਨਾਂ ਨੂੰ ਪ੍ਰੋਡਿਊਸ ਕਰਦੀ ਹੈ। ਗਲੂਕਾਗੋਨ ਜਿਹੜਾ ਬਲੱਡ ਦੇ ਵਿੱਚ ਸ਼ੂਗਰ ਦਾ ਲੈਵਲ ਵਧਾਉਂਦਾ ਹੈ, ਅਤੇ ਜਿਹੜਾ ਇਨਸੂਲਿਨ ਆ ਉਹ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਜਦੋਂ ਸਾਡੀ ਲੋੜ ਹੁੰਦੀ ਹੈ। ਤਾਂ ਇੱਕ ਦੂਸਰੇ ਦੇ ਓਪੋਜਿਟ ਇਹ ਦੋਨੋਂ ਜਿਹੜੇ ਹਾਰਮੋਨਸ ਹੈਗੇ ਨੇ ਕੰਮ ਕਰਦੇ ਰਹਿੰਦੇ ਨੇ। ਨੈਕਸਟ ਕੁਐਸਚਨ ਦੇਖ ਲਈਏ ਜੀ, ਵਿੱਚ ਆਰਗਨ ਇਨ ਦਾ ਡਾਈਜੈਸਟਿਵ ਸਿਸਟਮ ਪ੍ਰੋਡਿਊਸ ਬਾਈਲ। ਹੇਠ ਲਿਖਿਆ ਜੋ ਕਿਹੜਾ ਸਿਸਟਮ ਆਪਣਾ ਬਾਈਲ ਆ ਜਿਹੜਾ ਕਿਹੜਾ ਪ੍ਰੋਡਿਊਸ ਕਰਦਾ, ਇਹ ਕਰਦਾ ਜੀ ਲੀਵਰ, ਅਤੇ ਸਾਡਾ ਸਟੋਰ ਹੁੰਦਾ ਸਟਮਕ ਦੇ ਵਿੱਚ। ਨੈਕਸਟ ਕੁਐਸਚਨ, ਵਟ ਇਜ਼ ਦਾ ਰੋਲ ਆਫ ਗੋਲ ਬਲੈਡਰ ਇਨ ਦਾ ਡਾਈਜੈਸਟਿਵ ਸਿਸਟਮ। ਗਾਲ ਬਲੈਡਰ ਦਾ ਕੰਮ ਕੀ ਹੈ ਜੀ ਡਾਈਜੈਸਟਿਵ ਸਿਸਟਮ ਦੇ ਵਿੱਚ, ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇਹਦਾ ਕੰਮ ਹੈਗਾ ਬਾਈਲ ਨੂੰ ਸਟੋਰ ਕਰਨਾ। ਵਟ ਇਜ਼ ਦਾ ਰੋਲ ਆਫ ਦਾ ਮਾਊਥ ਇਨ ਦਾ ਡਾਈਜੈਸਟਿਵ ਸਿਸਟਮ। ਮਾਊਥ ਦਾ ਕੰਮ ਕੀ ਹੈਗਾ ਜੀ ਡਾਈਜੈਸਟਿਵ ਸਿਸਟਮ ਦੇ ਵਿੱਚ, ਐਨਜ਼ਾਈਮ ਪ੍ਰੋਡਿਊਸ ਕਰਨਾ, ਫੂਡ ਨੂੰ ਸਟੋਰ ਕਰਨਾ, ਬ੍ਰੇਕ ਡਾਊਨ ਫੂਡ ਮਕੈਨੀਕਲੀ ਔਰ ਟੂ ਅਬਜ਼ੌਰਬ ਨਿਊਟ੍ਰੀਐਂਟਸ। ਤੇ ਦਾ ਰਾਈਟ ਆਨਸਰ ਹੈਗਾ ਜੀ ਆਪਸ਼ਨ ਸੀ ਕਿ ਅਸੀਂ ਨੇ ਫੂਡ ਆ ਜਿਹੜਾ ਉਹਨੂੰ ਮਕੈਨੀਕਲੀ ਬ੍ਰੇਕ ਡਾਊਨ ਕਰਨਾ। ਕੈਮੀਕਲੀ ਬ੍ਰੇਕ ਡਾਊਨ ਸਾਡੇ ਅੰਦਰ ਜਾਣ ਤੋਂ ਬਾਅਦ ਹੁੰਦਾ। ਮੂੰਹ ਦਾ ਕੰਮ ਹੁੰਦਾ ਜੀ ਡਾਈਜੈਸ਼ਨ ਆ ਜਿਹੜੀ ਖਾਸ ਕਰ ਮੂੰਹ ਦੇ ਵਿੱਚ ਤੋਂ ਸਟਾਰਟ ਹੋ ਜਾਂਦੀ ਹੈ, ਕਿਉਂਕਿ ਖਾਣੇ ਨੂੰ ਅਸੀਂ ਮਕੈਨੀਕਲੀ ਕੀ ਕਰ ਦਿੰਦੇ ਹਾਂ, ਬ੍ਰੇਕ ਡਾਊਨ ਕਰ ਦਿੰਦੇ ਹਾਂ। ਨੈਕਸਟ ਕੁਐਸਚਨ ਦੇਖਦੇ ਹਾਂ ਜੀ, ਵਟ ਇਜ਼ ਦਾ ਫੰਕਸ਼ਨ ਆਫ ਦਾ ਕੋਲਨ ਇਨ ਦਾ ਡਾਈਜੈਸਟਿਵ ਸਿਸਟਮ। ਕੋਲਨ ਦਾ ਕੰਮ ਕੀ ਹੈ ਜੀ, ਕੋਲਨ ਲਾਰਜ ਇੰਟੈਸਟਾਈਨ ਨੂੰ ਬੋਲਿਆ ਗਿਆ ਜੀ, ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਵਾਟਰ ਨੂੰ ਐਬਜ਼ੌਰਬ ਕਰਦੀ ਹੈ, ਵਾਟਰ ਦੇ ਨਾਲ ਨਾਲ ਕਿਹਨੂੰ ਐਬਜ਼ੌਰਬ ਕਰਦੀ ਹੈ, ਇਲੈਕਟ੍ਰੋਲਾਈਟਸ ਨੂੰ। ਨੈਕਸਟ ਕੁਐਸਚਨ ਦੇਖ ਲਈਏ, ਵਿਚ ਐਂਜ਼ਾਈਮ ਬ੍ਰੇਕਸ ਡਾਊਨ ਕਾਰਬੋਹਾਈਡਰੇਟ ਇਨ ਦਾ ਮਾਊਥ ਐਂਡ ਸਮੋਲ ਇੰਟੈਸਟਾਈਨ। ਕਿਹੜਾ ਐਂਜ਼ਾਈਮ ਹੈ ਜਿਹੜਾ ਕਾਰਬੋਹਾਈਡਰੇਟ ਨੂੰ ਮੂੰਹ ਅਤੇ ਸਮੋਲ ਇੰਟੈਸਟਾਈਨ ਦੇ ਵਿੱਚ ਬ੍ਰੇਕ ਡਾਊਨ ਕਰਦਾ। ਇਹਦਾ ਰਾਈਟ ਆਨਸਰ ਹੈਗਾ ਜੀ ਐਮੀਲੇਜ਼। ਐਮੀਲੇਜ਼ ਹੈ ਜਿਹੜਾ ਇਹ ਕਾਰਬੋਹਾਈਡਰੇਟ ਨੂੰ ਬ੍ਰੇਕ ਡਾਊਨ ਕਰਦਾ। ਵਿੱਚ ਹਾਰਮੋਨ ਸਟਿਮੂਲੇਟ ਦਾ ਰਿਲੀਜ਼ ਆਫ ਬਾਈਲ ਫਰੋਮ ਦਾ ਗਾਲ ਬਲੈਡਰ ਇਨਟੂ ਦਾ ਸਮੋਲ ਇੰਟੈਸਟਾਈਨ। ਤਾਂ ਇਹਨਾਂ ਦੇ ਵਿੱਚੋਂ ਕਿਹੜਾ ਹਾਰਮੋਨ ਹੈਗਾ ਜੀ ਜਿਹੜਾ ਬਾਈਲ ਨੂੰ ਸੀਕ੍ਰੇਟ ਕਰਨ ਦੇ ਲਈ ਐਕਸਾਈਟ ਕਰਦਾ ਹੈ। ਇਨਸੂਲਿਨ, ਇਹ ਸ਼ੂਗਰ ਦੇ ਨਾਲ ਸੰਬੰਧਿਤ ਹੈ ਜੀ, ਸ਼ੂਗਰ ਲੈਵਲ ਘਟਾਉਣ ਦੇ ਲਈ ਆਪਣਾ ਇਨਸੂਲਿਨ ਪ੍ਰੋਡਿਊਸ ਕਰਦੀ ਹੈ। ਗਲੂਕਾਗੋਨ ਇਹ ਵੀ ਇਨਸੂਲਿਨ ਪ੍ਰੋਡਿਊਸ ਕਰਦੀ ਹੈ। ਗੈਸਟ੍ਰਿਨ ਗੈਸਟ੍ਰਿਕ ਜੂਸਿਸ ਦੇ ਵਿੱਚ ਹੁੰਦਾ ਹੈ ਜੀ, ਅਤੇ ਕੋਲੈਸੀਸਟੋਕਿਨ ਹੈ ਜਿਹੜਾ ਇਹ ਪ੍ਰੋਡਿਊਸ ਕੀਤਾ ਜਾਂਦਾ ਹੈ ਗਾਲ ਬਲੈਡਰ ਦੁਆਰਾ, ਤਾਂ ਕਿ ਜਿਹੜਾ ਉਹਨੂੰ ਆਪਣੇ ਬਾਈਲ ਨੂੰ ਪਹੁੰਚਾਇਆ ਜਾ ਸਕੇ ਸਮੋਲ ਇੰਟੈਸਟਾਈਨ ਦੇ ਵਿੱਚ। ਨੈਕਸਟ ਕੁਐਸਚਨ ਦੇਖ ਲਿਆ ਜੀ, ਵਿੱਚ ਆਰਗਨ ਇਨ ਦਾ ਡਾਈਜੈਸਟਿਵ ਸਿਸਟਮ ਪ੍ਰੋਡਿਊਸ ਐਂਡ ਸੀਕ੍ਰੇਟ ਹਾਈਡਰੋਕਲੋਰਿਕ ਐਸਿਡ। ਤਾਂ ਹਾਈਡਰੋਕਲੋਰਿਕ ਐਸਿਡ ਹੈ ਜਿਹੜਾ ਕੌਣ ਪ੍ਰੋਡਿਊਸ ਕਰਦਾ ਹੈ ਜੀ, ਹਾਈਡਰੋਕਲੋਰਿਕ ਐਸਿਡ ਸਾਡੇ ਪ੍ਰੋਡਿਊਸ ਹੁੰਦੇ ਨੇ ਸਟਮਕ ਦੇ ਵਿੱਚ, ਮਿਹਦੇ ਦੇ ਵਿੱਚ। HCl ਹੈ ਜਿਹੜਾ ਸਭ ਤੋਂ ਪਾਵਰਫੁਲ ਹਾਈਡਰੋਕਲੋਰਿਕ ਐਸਿਡ ਜਿਹੜਾ ਇਹਦੇ ਵਿੱਚ ਬਣਦਾ HCl। ਪੈਪਸਿਨ ਹੈ ਜਿਹੜੀ, ਪੈਪਸਿਨ ਕਿੱਥੇ ਪ੍ਰੋਡਿਊਸ ਹੁੰਦੀ ਹੈ ਜੀ, ਤਾਂ ਪੈਪਸਿਨ ਹੈ ਜਿਹੜਾ ਇਹ ਪ੍ਰੋਡਿਊਸ ਕੀਤਾ ਜਾਂਦਾ ਜੀ ਸਾਡੇ ਸਟਮਕ ਦੇ ਵਿੱਚ। ਲਿਪਾਸ ਦਾ ਫੰਕਸ਼ਨ ਕੀ ਹੈ ਜੀ, ਲਿਪਾਸ ਹੈ ਜਿਹੜਾ ਇਹ ਜਿਹੜਾ ਲਿਪਾਸ ਵਰਡ ਹੈ ਜੁੜਿਆ ਹੋਇਆ ਲਿਪਿਡ ਦੇ ਨਾਲ, ਤਾਂ ਬ੍ਰੇਕ ਡਾਊਨ ਨੂੰ ਕਰਨਾ ਲਿਪਿਡਸ ਦਾ ਕਿਹਦਾ ਕੰਮ ਹੈ, ਲਿਪਾਸ ਦਾ। ਤਾਂ ਜਿੰਨੇ ਐਂਜ਼ਾਈਮ ਹੁੰਦੇ ਨੇ ਬੇਸਿਕਲੀ ਉਹਨਾਂ ਦੇ ਪਿੱਛੇ ASE ਲੱਗਿਆ ਹੁੰਦਾ ਜੀ, ਇਹ ਵੀ ਧਿਆਨ 'ਚ ਰੱਖਿਓ। ਨੈਕਸਟ ਕੁਐਸਚਨ ਹੈਗਾ ਜੀ, ਜਿਹੜਾ ਸਾਡਾ ਟ੍ਰੈਪਸਿਨ ਹੈ, ਟ੍ਰੈਪਸਿਨ ਕਿੱਥੇ ਪ੍ਰੋਡਿਊਸ ਹੁੰਦਾ ਜੀ, ਸਮਾਲ ਇੰਟੈਸਟਾਈਨ ਦੇ ਵਿੱਚ ਹੁੰਦਾ। ਲੈਕਟੇਜ਼ ਦਾ ਫੰਕਸ਼ਨ ਕੀ ਹੈ ਜੀ, ਲੈਕਟੇਜ਼ ਦਾ ਫੰਕਸ਼ਨ ਹੈਗਾ ਬ੍ਰੇਕ ਡਾਊਨ ਕਰਨਾ ਲੈਕਟੋਜ਼ ਨੂੰ, ਲੈਕਟੋਜ਼ ਤੋਂ ਹੀ ਬਣਿਆ ਲੈਕਟੇਜ਼। ਨੈਕਸਟ ਕੁਐਸਚਨ ਦੇਖ ਲਈਏ ਜੀ, ਵਟ ਇਜ਼ ਦਾ ਫੰਕਸ਼ਨ ਆਫ ਚਾਈਮੋਟ੍ਰਾਈਪਸਿਨ। ਚਾਈਮੋਟ੍ਰਾਈਪਸਿਨ ਆ ਜਿਹੜਾ ਇਹਦਾ ਮੇਨ ਫੰਕਸ਼ਨ ਕੀ ਹੈਗਾ ਜੀ, ਇਹਦਾ ਮੇਨ ਫੰਕਸ਼ਨ ਹੈਗਾ ਬ੍ਰੇਕ ਡਾਊਨ ਆਫ ਪ੍ਰੋਟੀਨ, ਪ੍ਰੋਟੀਨ ਨੂੰ ਬ੍ਰੇਕ ਡਾਊਨ ਕਰਨਾ। ਮੈਲਟੋਜ਼ ਕਿੱਥੇ ਪ੍ਰੋਡਿਊਸ ਹੁੰਦਾ ਜੀ, ਮੈਲਟੋਜ਼ ਆ ਜਿਹੜਾ ਉਹ ਪ੍ਰੋਡਿਊਸ ਕੀਤਾ ਜਾਂਦਾ ਸਾਡੀ ਸਮੋਲ ਇੰਟੈਸਟਾਈਨ ਦੇ ਵਿੱਚ। ਵਟ ਇਜ਼ ਦਾ ਫੰਕਸ਼ਨ ਆਫ ਸੂਕਰੇਜ਼। ਸੂਕਰੇਜ਼ ਦਾ ਫੰਕਸ਼ਨ ਕੀ ਹੈਗਾ ਜੀ, ਸਾਡੇ ਜਿਹੜਾ ਇੱਕ ਐਂਜ਼ਾਈਮ ਹੈ ਸੂਕਰੇਜ਼, ਇਹਦਾ ਫੰਕਸ਼ਨ ਕੀ ਹੈਗਾ, ਬ੍ਰੇਕ ਡਾਊਨ ਕਰਨਾ ਕਿਹਨੂੰ, ਸੁਕਰੋਜ਼ ਨੂੰ। ਤਾਂ ਇਹਨਾਂ ਦੇ ਨਾਮ ਨੇ ਜਿਹੜੇ ਸਿਮੀਲਰ ਨੇ, ਬਸ ਪਿੱਛੇ ASE ਲੱਗਿਆ ਹੋਇਆ, ਤਾਂ ਸਮਝ ਲਓ ਐਂਜ਼ਾਈਮ ਦੀ ਗੱਲ ਕੀਤੀ ਜਾ ਰਹੀ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪਾਰਟ ਆਫ ਦਾ ਐਕਸਕ੍ਰੀਟਰੀ ਸਿਸਟਮ। ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਅੰਗ ਹੈ ਜਿਹੜਾ ਐਕਸਕ੍ਰੀਟਰੀ ਸਿਸਟਮ ਦਾ ਭਾਗ ਨਹੀਂ ਹੈਗਾ। ਕਿਡਨੀਆਂ ਵੀ ਹੈਗੀਆਂ ਨੇ ਜੀ, ਲੰਗਸ ਹੈਗੇ ਨੇ, ਲੀਵਰ ਹੈਗਾ, ਤਾਂ ਬ੍ਰੇਨ ਹੈ ਜਿਹੜਾ ਇਹ ਨਰਵਸ ਸਿਸਟਮ ਦਾ ਪਾਰਟ ਹੈ, ਨਾ ਕਿ ਐਕਸਕ੍ਰੀਟਰੀ ਸਿਸਟਮ ਦਾ। ਨੈਕਸਟ ਕੁਐਸਚਨ ਦੇਖ ਲਈਏ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਰਿਸਪੋਂਸੀਬਲ ਫॉर ਦਾ ਫਿਲਟਰੇਸ਼ਨ ਆਫ ਬਲੱਡ ਇਨ ਦਾ ਐਕਸਕ੍ਰੀਟਰੀ ਸਿਸਟਮ। ਐਕਸਕ੍ਰੀਟਰੀ ਸਿਸਟਮ ਦੇ ਵਿੱਚ ਬਲੱਡ ਫਿਲਟਰੇਸ਼ਨ ਦਾ ਕੰਮ ਕੌਣ ਕਰਦਾ ਜੀ, ਨੈਫਰੋਨ, ਯੂਰੇਟਰਸ ਕਰਦੇ ਨੇ, ਬਲੈਡਰ ਕਰਦਾ, ਤੇ ਜਾਂ ਫਿਰ ਯੂਰੇਥਰਾ ਕਰਦਾ। ਤੇ ਇਹਦਾ ਰਾਈਟ ਆਨਸਰ ਆਊਗਾ ਜੀ ਆਪਸ਼ਨ A ਨੈਫਰੋਨਸ, ਜਿਹੜੀਆਂ ਕਿ ਫੰਕਸ਼ਨਲ ਯੂਨਿਟ ਹੈਗੀਆਂ ਨੇ ਸਾਡੀਆਂ ਕਿਡਨੀਜ਼ ਦੀਆਂ। ਨੈਫਰੋਨ ਦੇ ਵਿੱਚ ਬੇਸਿਕਲੀ ਗਲੋਮੈਰੂਲਰਸ ਹੁੰਦੇ ਨੇ ਜਿਹੜੇ ਕਿ ਖੂਨ ਨੂੰ ਸ਼ੁੱਧ ਕਰਨ ਦਾ ਕੰਮ ਕਰਦੇ ਨੇ।
ਤਾਂ ਇਹ ਸਾਡੀ ਕਿਡਨੀ ਆ ਗਈ ਜੀ। ਤਾਂ ਇਹ ਦੋਨੋਂ ਕਿਡਨੀਆਂ ਨੇ ਸਾਡੀਆਂ, ਹੈ ਨਾ। ਕਿਡਨੀਆਂ ਤੋਂ ਬਾਅਦ ਜਿਹੜਾ ਪਹਿਲਾ ਜਿਹੜੀ ਇਹਨਾਂ ਨਾਲ ਇੱਕ ਵਾਇਰ ਲੱਗੀ ਹੁੰਦੀ ਹੈ ਉਹ ਯੂਰੇਟਰ ਹੁੰਦੀ ਹੈ, 2 ਹੁੰਦੀਆਂ ਨੇ ਇਹ ਗਿਣਤੀ ਦੇ ਵਿੱਚ। ਉਸ ਤੋਂ ਬਾਅਦ ਬਲੈਡਰ ਦੇ ਵਿੱਚ ਯੂਰੀਨ ਨੂੰ ਇਹ ਕੀ ਕਰਦੀਆਂ ਨੇ ਜੀ, ਸਟੋਰ ਕਰਦੀਆਂ ਨੇ। ਉਸ ਤੋਂ ਬਾਅਦ ਯੂਰੀਨ ਬਾਹਰ ਕੱਢਣ ਲਈ ਇੱਕ ਯੂਰੈਥਰਾ ਜਿਹੜਾ ਉਹ ਲੱਗਿਆ ਹੁੰਦਾ। ਨੈਕਸਟ ਕੁਐਸਚਨ ਦੇਖ ਲਈਏ ਜੀ, ਵਟ ਇਜ਼ ਦ ਪ੍ਰਾਇਮਰੀ ਫੰਕਸ਼ਨ ਆਫ ਦ ਐਕਸਕ੍ਰੀਟਰੀ ਸਿਸਟਮ। ਐਕਸਕ੍ਰੀਟਰੀ ਸਿਸਟਮ ਦਾ ਪ੍ਰਾਇਮਰੀ ਫੰਕਸ਼ਨ ਕੀ ਹੈ, ਵੇਸਟ ਪ੍ਰੋਡਕਟ ਰਿਮੂਵ ਕਰਨੇ ਸਾਡੀ ਬੋਡੀ ਦੇ ਵਿੱਚੋਂ। ਨੈਕਸਟ ਕੁਐਸਚਨ ਹੈਗਾ ਜੀ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਐਨ ਐਕਸਕ੍ਰੀਟਰੀ ਆਰਗਨ। ਹੇਠ ਲਿਖਿਆਂ ਦੇ ਵਿੱਚੋਂ ਐਕਸਕ੍ਰੀਟਰੀ ਆਰਗਨ ਕਿਹੜਾ ਨਹੀਂ ਹੈਗਾ ਜੀ, ਸਕਿਨ ਵੀ ਹੈਗੀ ਹੈ, ਲੀਵਰ ਹੈਗਾ ਜੀ, ਕਿਡਨੀ ਹੈਗੀ ਹੈ। ਰਾਈਟ ਆਨਸਰ ਹੈਗਾ ਪੈਨਕ੍ਰੀਆਸ। ਪੈਨਕ੍ਰੀਆਸ ਜਿਹੜੀ ਬੇਸਿਕਲੀ ਇੱਕ ਗਲੈਂਡ ਹੈ ਸਿੰਪਲ, ਤੇ ਲੀਵਰ ਹੈ ਜਿਹੜੀ ਉਹ ਸਭ ਤੋਂ ਵੱਡੀ ਗਲੈਂਡ ਹੈ ਜੀ ਸਾਡੀ, ਇਹ ਵੀ ਯਾਦ ਰੱਖਿਓ। ਵਿਚ ਆਫ ਦ ਫੋਲੋਇੰਗ, ਤੇ ਲੀਵਰ ਨੂੰ ਕੈਮੀਕਲ ਫੈਕਟਰੀ ਵੀ ਕਹਿ ਦਿੱਤਾ ਜਾਂਦਾ ਸਾਡੇ ਸਰੀਰ ਦੀ। ਵਿਚ ਆਫ ਦ ਫੋਲੋਇੰਗ ਸਬਸਟੈਂਸਿਸ ਇਜ਼ ਨਾਟ ਐਕਸਕ੍ਰੀਟਡ ਬਾਏ ਦਾ ਐਕਸਕ੍ਰੀਟਰੀ ਸਿਸਟਮ। ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕੰਪੋਨੈਂਟ ਹੈ ਜਿਹੜਾ ਐਕਸਕ੍ਰੀਟਰੀ ਸਿਸਟਮ ਦੇ ਦੁਆਰਾ ਨਹੀਂ ਸੀਕ੍ਰੇਟ ਕੀਤਾ ਜਾਂਦਾ। ਯੂਰੀਆ ਵੀ ਕੀਤਾ ਜਾਂਦਾ ਜੀ, ਕਾਰਬਨ ਡਾਈਆਕਸਾਈਡ ਕੀਤਾ ਜਾਂਦਾ, ਗਲੂਕੋਜ਼ ਨਹੀਂ ਕੀਤਾ ਜਾਂਦਾ, ਐਕਸਕ੍ਰੀਟ ਵਾਟਰ ਵੀ ਕੀਤਾ ਜਾਂਦਾ। ਰਾਈਟ ਆਨਸਰ ਆਏਗਾ ਸੀ, ਗਲੂਕੋਜ਼। ਨੈਕਸਟ ਕੁਐਸਚਨ ਦੇਖ ਲਈਏ ਜੀ, ਵਟ ਇਜ਼ ਦ ਨੇਮ ਆਫ ਫੰਕਸ਼ਨਲ ਯੂਨਿਟ ਆਫ ਦ ਕਿਡਨੀ ਰਿਸਪੋਂਸੀਬਲ ਫॉर ਫਿਲਟਰਿੰਗ ਬਲੱਡ। ਇਹ ਵੀ ਪਹਿਲਾਂ ਗੱਲ ਕਰ ਚੁੱਕੇ ਹਾਂ। ਫੰਕਸ਼ਨਲ ਯੂਨਿਟ ਹੈਗੀ ਹੈ ਨੈਫਰੋਨਸ। ਨੈਫਰੋਨਸ ਦੇ ਵਿੱਚ ਬੇਸਿਕਲੀ ਗਲੋਮੈਰੂਲਸ ਹੁੰਦੇ ਨੇ ਜਿਹੜੇ ਇਹਨੂੰ ਕੰਮ ਕਰਦੇ ਨੇ ਸਾਫ਼ ਕਰਨ ਦਾ। ਵਿਚ ਆਫ ਦ ਫੋਲੋਇੰਗ ਸਟਰਕਚਰ ਕੈਰੀ ਯੂਰੀਨ ਫਰੋਮ ਦ ਕਿਡਨੀ ਟੂ ਬਲੈਡਰ। ਕਿਡਨੀ ਤੋਂ ਬਲੈਡਰ ਤੱਕ ਕੌਣ ਲੈ ਕੇ ਜਾਂਦਾ ਜੀ, ਯੂਰੇਟਰ ਲੈ ਕੇ ਜਾਂਦੇ ਨੇ। ਅੱਗੇ ਹੈ ਜੀ, ਵੇਅਰ ਕੈਨ ਵੀ ਫਾਈਂਡ ਬੋਮੈਨਸ ਕੈਪਸੂਲ। ਬੋਮੈਨਸ ਕੈਪਸੂਲ ਕਿੱਥੇ ਫਾਈਂਡ ਕੀਤਾ ਜਾਂਦਾ ਜੀ, ਐਟ ਦਾ ਐਂਡ ਆਫ ਨੈਫਰੋਨ। ਨੈਫਰੋਨ ਦੇ ਐਂਡ ਦੇ ਉੱਪਰ ਬੋਮੈਨ ਕੈਪਸੂਲ ਹੈ ਜਿਹੜਾ ਉਹ ਦਿੱਤਾ ਜਾਂਦਾ। ਤਾਂ ਇਹ ਸੀ ਸਾਡਾ ਅੱਜ ਦਾ ਲੈਕਚਰ ਜਿਹੜਾ ਕਿ ਡਾਈਜੈਸਟਿਵ ਸਿਸਟਮ ਤੇ ਐਕਸਕ੍ਰੀਟਰੀ ਸਿਸਟਮ ਦੇ ਨਾਲ ਜੁੜਿਆ ਸੀਗਾ ਜੀ। ਧੰਨਵਾਦ।